ਕੋਵਿਡ ਤੋਂ ਤਾਂ ਜਿਹੜੀ ਰੇਸ਼ੀਓ ਆਪਾਂ ਦੇਖ ਲਈਏ ਡਾਕਟਰ ਦਿੰਦੇ ਉਹ 2% ਦੀ ਰੇਸ਼ੀਓ ਹੈ ਕਿ ਬੰਦਾ ਮਰ ਸਕਦਾ, ਪਰ ਜਿਹੜੇ ਆ ਕਾਲੇ ਕਾਨੂੰਨ ਹੈ ਇਹਦੇ ਨਾਲ ਤਾਂ ਪਤਾ ਕਿ ਹਾਂ 80 ਤੋਂ 90% ਮਰਨਾ ਹੀ ਮਰਨਾ। ਪੇਸ਼ੈਂਟ ਦੀ ਫੈਮਿਲੀ ਦੀ ਕੀ ਹਾਲਤ ਹੁੰਦੀ ਹੈ, ਡਾਕਟਰ ਸਿੱਧਾ ਜਵਾਬ ਦੇ ਦਿੰਦੇ ਆ ਕਿ ਸਾਡੇ ਕੋਲ ਤਾਂ ਜੀ 3 ਘੰਟੇ ਦੀ ਆਕਸੀਜਨ ਰਹਿ ਗਈ ਹੈ, ਜੇ ਤੁਹਾਡੇ ਕੋਲ ਅਰੇਂਜ ਹੁੰਦਾ ਠੀਕ ਹੈ, ਨਹੀਂ ਤਾਂ 4 ਘੰਟੇ ਬਾਅਦ ਡੈੱਡ ਬੋਡੀ ਲੈ ਜਿਓ। ਜਿਹੜੇ ਸਰਕਾਰਾਂ ਦੇ ਕੰਮ ਸੀਗੇ ਨਾ ਅੱਜ ਉਹ ਯੂਥ ਸਾਂਭ ਰਿਹਾ। 3000 ਦਾ ਇੰਜੈਕਸ਼ਨ 40 50 ਹਜ਼ਾਰ 'ਚ ਲੋਕੀ ਖਰੀਦਣੇ ਵੀ ਆਪਣਾ ਮੁਲਕ ਜਾ ਕਿਹੜੇ ਪਾਸੇ ਰਿਹਾ। ਇਹ ਆਕਸੀਜਨ ਵੀ ਤੇ ਇੰਜੈਕਸ਼ਨ ਵੀ ਨਿੱਜੀ ਘਰਾਂ ਦੇ ਹੱਥਾਂ 'ਚ ਹੈ। ਜੇ ਇੰਨੀ ਮਹਾਮਾਰੀ ਦੇ ਵਿੱਚ ਸਰਕਾਰ ਆਕਸੀਜਨ ਤੇ ਇੰਜੈਕਸ਼ਨ ਨੂੰ ਕੰਟਰੋਲ ਨਹੀਂ ਕਰ ਸਕੀ, ਉਹਦੀ ਕਾਲਾਬਾਜ਼ਾਰੀ, ਕੱਲ੍ਹ ਨੂੰ ਇਹ ਅਨਾਜ ਉਹਨਾਂ ਦੇ ਹੱਥਾਂ 'ਤੇ ਜਾਏਗਾ, ਉਦੋਂ ਆਪਾਂ ਕਿੱਥੇ ਜਾਵਾਂਗੇ। ਅਸੀਂ ਸਟੈਚੂ ਆਫ ਲਿਬਰਟੀ ਵਾਂਗੂ ਸਟੈਚੂ ਆਫ ਯੂਨਿਟੀ ਬਣਾ ਲਾਂਗੇ, ਅਸੀਂ ਉਹਨੇ ਜੋਗੇ ਹੋ ਤਾਂ ਜਾਈਏ। ਪਹਿਲਾਂ ਅਸੀਂ ਕਿਹਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਆ ਜੀ 3500 ਕਰੋੜ ਦਾ ਜਾਂ 3000 ਕਰੋੜ ਦਾ ਸਟੈਚੂ ਬਣਾ ਲਿਆ। ਇਹਦੇ 'ਚ ਮੈਂ ਅਪੀਲ ਕਰਦਾ ਆਪਣੇ ਪ੍ਰਧਾਨ ਮੰਤਰੀ ਨੂੰ, ਜੇ ਇੰਨਾ ਹੀ ਕਰੋਨਾ ਮਹਾਮਾਰੀ ਹੈਗੀ ਹੈ, ਮੇਰੇ ਮੁਲਕ ਦਾ ਵਸਨੀਕ ਸੜਕ ਤੇ ਆ ਕੇ ਇੰਨੀ ਦੇਰ ਦਾ ਬੈਠਾ ਹੈ, ਇੱਥੇ ਮਹਾਮਾਰੀ ਫੈਲ ਜੇਗੀ ਜਾਂ ਫੈਲੀ ਹੋਈ ਹੈ, ਮੈਂ ਇਹਨਾਂ ਦੇ ਬਿੱਲ ਅੱਜ ਹੀ ਰੱਦ ਕਰਦਾ, ਮੈਂ ਬਾਅਦ 'ਚ ਕਰ ਲਾਂਗਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕੋਵਿਡ ਹੈ, ਠੀਕ ਹੈ, ਕੋਵਿਡ ਦੇ ਵਿੱਚ ਕੀ ਇੱਕ ਸੀਐਮ ਨੂੰ ਇੰਨੀ ਅਕਲ ਨਹੀਂ ਹੈ ਕਿ ਹਾਂ ਕੋਈ ਉਹਨੇ ਪ੍ਰੋਗਰਾਮ ਨਹੀਂ ਕਰਨਾ, ਤੇ ਜੇ ਉਹਦਾ ਪ੍ਰੋਗਰਾਮ ਕਰ ਰਿਹਾ ਆ ਝੰਡੇ ਹਾਥੀ 'ਚ ਝੰਡੇ ਦਿਖਾ ਰਹੇ, ਪੋਸਟਰ ਸ਼ੋਇੰਗ ਕਰ ਰਹੇ ਆ, ਕਿ ਇੰਨਾ ਉਹਨਾਂ ਦੇ ਮਨਾਂ 'ਚ ਡਰ ਬਹਿ ਗਿਆ ਕਿ ਪੁਲਿਸ ਲਾਠੀ ਚਾਰਜ ਕਰ ਰਹੀ ਹੈ, ਟੀਅਰ ਗੈਸ ਕਰ ਰਹੀ ਹੈ, ਟੀਅਰ ਗੈਸ ਵੀ ਸਿੱਧਾ ਕਿਸੇ ਦੇ ਲੱਤਾਂ 'ਤੇ ਚੱਲ ਰਹੇ, ਕਿਸੇ ਦੇ ਫੇਸ 'ਤੇ ਚੱਲ ਰਹੇ ਆ। ਸ਼ਰਮ ਆਉਂਦੀ ਹੈ ਕਹਿਣ ਲੱਗੇ ਕਿ ਅਸੀਂ ਭਾਰਤ 'ਚ ਰਹਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾਂ ਸਰੋਤਿਆਂ ਦਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਜਿੱਥੇ ਕਰੋਨਾ ਦਾ ਮਹਾ ਸੰਕਟ ਜਾਰੀ ਹੈ, ਕਰਫਿਊ ਦੀ ਜਿਹੜੀਆਂ ਹਦਾਇਤਾਂ ਸੀਗੀਆਂ ਉਹ ਵਧਾ ਦਿੱਤੀਆਂ ਗਈਆਂ ਨੇ। ਲੋਕਡਾਊਨ ਦਾ ਜਿਹੜਾ ਟਾਈਮ ਸੀਗਾ ਉਹ ਵਧਾ ਦਿੱਤਾ ਗਿਆ। ਪਹਿਲਾਂ 15 ਤਰੀਕ ਤੱਕ ਜਿਹੜੀਆਂ ਹਦਾਇਤਾਂ ਸੂਬਾ ਸਰਕਾਰ ਵੱਲੋਂ ਐਲਾਨੀਆਂ ਗਈਆਂ ਸੀ, ਹੁਣ 31 ਮਈ ਤੱਕ ਜਿਹੜੀਆਂ ਨੇ ਉਹੀ ਹਦਾਇਤਾਂ ਜਿਹੜੀਆਂ ਨੇ ਉਹ ਵਧਾ ਕੇ ਜਿਹੜਾ ਸਮਾਂ ਜਿਹੜਾ ਆ ਉਹ 31 ਮਈ ਰੱਖ ਦਿੱਤਾ ਗਿਆ। ਪਰ ਉਸ ਦੇ ਬਾਵਜੂਦ ਕਰੋਨਾ ਜ਼ਰੂਰ ਚੱਲ ਰਿਹਾ ਹੈ, ਕਰੋਨਾ ਦੀ ਲੋਕਡਾਊਨ ਜ਼ਰੂਰ ਹੈ, ਜਿਹੜੀ ਟਾਈਮ ਲਿਮਿਟੇਸ਼ਨ ਜ਼ਰੂਰ ਰੱਖੀਆਂ ਹੋਈਆਂ ਨੇ, ਪਰ ਉਸ ਦੇ ਬਾਵਜੂਦ ਜਿਹੜੇ ਨੇ ਕਿਸਾਨੀ ਮੋਰਚਾ ਜਿਹਨੂੰ ਚੱਲਦੇ ਨੂੰ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ, ਉਹ ਕਿਸਾਨੀ ਮੋਰਚਾ ਜਿਹੜਾ ਹਜੇ ਵੀ ਤਤਪਰ ਹੈ। ਲੋਕ ਹਜੇ ਵੀ ਜਿਹੜਾ ਉਸੇ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਕਿਸਾਨੀ ਲਈ ਜ਼ਰੂਰ ਦਿੰਦੇ ਨੇ। ਦਿਨ ਦੇ ਵਿੱਚ ਸ਼ਾਮ ਨੂੰ ਲੋਕਡਾਊਨ ਦੀ ਹਦਾਇਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਜਿਹੜੇ ਧਰਨੇ ਮੁਜ਼ਾਹਰੇ ਨੇ ਉਹ ਲਗਾਤਾਰ ਜਾਰੀ ਨੇ। 5 ਫੇਸ ਦੀ ਲਾਈਟਾਂ ਦੇ ਖੜੇ ਆ, ਨਾਲ 3B2 ਦੀ ਲਾਈਟਾਂ ਵੱਜਦੀਆਂ ਨੇ। ਇਹ ਬੜਾ ਚਹਿਲ ਪਹਿਲ ਵਾਲਾ ਇਲਾਕਾ ਹੈ, ਪਰ ਹੁਣ ਲੋਕਡਾਊਨ ਕਰਕੇ ਕਿਤੇ ਨਾ ਕਿਤੇ ਚਹਿਲ ਪਹਿਲ ਘੱਟ ਚੁੱਕੀ ਆ। ਪਰ ਇਹ ਨੌਜਵਾਨ ਤੁਸੀਂ ਦੇਖ ਰਹੇ ਹੋ, ਨੌਜਵਾਨ ਹਜੇ ਵੀ ਉਸ ਜੋਸ਼ ਦੇ ਨਾਲ, ਹਜੇ ਵੀ ਉਸ ਉਤਸ਼ਾਹ ਦੇ ਨਾਲ, ਜਿਹੜਾ ਉਤਸ਼ਾਹ ਕਾਫੀ ਮਹੀਨਿਆਂ ਪਹਿਲਾਂ ਜਿਹੜਾ ਹੁੰਦਾ ਸੀਗਾ ਨੌਜਵਾਨਾਂ ਦੇ ਵਿੱਚ, ਕਿਹਾ ਜਾਂਦਾ ਸੀਗਾ ਕਿ ਨੌਜਵਾਨਾਂ ਦੇ ਵਿੱਚ ਉਤਸ਼ਾਹ ਘਟ ਗਿਆ, ਘਟਿਆ ਨਹੀਂ। ਹਾਲਾਂਕਿ ਕਿਤੇ ਨਾ ਕਿਤੇ ਕਿਸਾਨੀ ਹੁਣ ਕਰੋਨਾ ਦੇ ਉੱਤੇ ਭਾਰੀ ਪੈ ਰਹੀ ਹੈ। ਮੇਰੇ ਨਾਲ ਕਾਫੀ ਨੌਜਵਾਨ ਹੈ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਕੀ ਨਾਮ ਹੈ ਆਪਣਾ? ਮੇਰਾ ਨਾਮ ਪ੍ਰਨੀਤ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਬਾਈ? ਮੈਂ 3 ਫੇਸ ਹੀ ਰਹਿਣਾ ਜੀ। ਅੱਛਾ ਬਾਈ, ਕਾਫੀ ਲੰਬੇ ਸਮੇਂ ਤੁਸੀਂ ਇੱਥੇ ਖੜ੍ਹਦੇ ਹੋ। ਕਰੋਨਾ ਆਇਆ ਸੀ, ਕਰੋਨਾ ਦੇ ਕਾਰਨ ਕੋਈ ਫਰਕ ਪਿਆ ਕਿਸਾਨੀ ਮੋਰਚੇ ਨੂੰ? ਕੋਈ ਟੈਦ ਨਹੀਂ ਹੋ ਰਹੀ, ਕੋਈ ਇਕੱਠ ਘਟਣ ਲੱਗਿਆ, ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਸਾਹਮਣੇ ਆਈ? ਸਰ ਦੇਖੋ, ਗੱਲ ਇੱਦਾਂ ਹੈ ਕਿ ਜਿਹੜੇ ਸਾਡੇ ਮੋਰਚੇ 'ਚ ਦਿੱਲੀ ਬੈਠਿਆਂ ਨੂੰ ਨਹੀਂ ਇਹ ਹਿਲਾ ਸਕਦੇ ਕਿ ਦਿੱਲੀ ਬੈਠੇ ਆ ਕਿ ਹਾਂ ਦੇਖੋ ਕੋਵਿਡ ਬਿਮਾਰੀ ਹੈਗੀ ਹੈ, ਅਸੀਂ ਇਨਕਾਰ ਨਹੀਂ ਕਰਦੇ, ਪਰ ਜਿਹਦਾ ਉਹਦਾ ਹਊਆ ਬਣਾਇਆ ਜਾ ਰਿਹਾ ਸਰਕਾਰ ਵੱਲੋਂ। ਕੋਵਿਡ ਤੋਂ ਤਾਂ ਜਿਹੜੀ ਰੇਸ਼ੀਓ ਆਪਾਂ ਦੇਖ ਲਈਏ ਡਾਕਟਰ ਦਿੰਦੇ ਉਹ 2% ਦੀ ਰੇਸ਼ੀਓ ਹੈ ਕਿ ਬੰਦਾ ਮਰ ਸਕਦਾ, ਪਰ ਜਿਹੜੇ ਆ ਕਾਲੇ ਕਾਨੂੰਨ ਹੈ ਇਹਦੇ ਨਾਲ ਤਾਂ ਪਤਾ ਕਿ ਹਾਂ 80 ਤੋਂ 90% ਮਰਨਾ ਹੀ ਮਰਨਾ। ਜਾਨ ਸਾਰਿਆਂ ਨੂੰ ਪਿਆਰੀ ਹੈ। ਜਿਹੜੇ ਦਿੱਲੀ ਵੀ ਬੈਠੇ, ਚਾਹੇ ਇੱਥੇ ਆ ਕੇ ਕੋਈ ਰੋਸ ਪ੍ਰਦਰਸ਼ਨ ਹੁੰਦਾ, ਚਾਹੇ ਅੱਗੇ ਲਾਈਟਾਂ ਚੌਂਕਾਂ 'ਤੇ ਹੁੰਦਾ, ਕੋਈ ਦਿਲੋਂ ਇਹ ਨਹੀਂ ਕਹਿੰਦਾ ਕਿ ਹਾਂ ਯਾਰ ਮਜ਼ਾ ਆ ਰਿਹਾ ਕਿ ਆਪਾਂ ਚੱਲੀਏ। ਇੱਕ ਦਿਲ 'ਚ ਰੋਹ ਹੁੰਦਾ ਕਿ ਉਹਦੇ ਕਰਕੇ, ਚਾਹੇ ਨੌਜਵਾਨੀ ਹੈ, ਚਾਹੇ ਸਾਡੇ ਬਜ਼ੁਰਗ ਹੈ, ਚਾਹੇ ਸਾਡੇ ਭੈਣਾਂ ਹੈ, ਮਾਵਾਂ ਹੈ, ਸਾਰੇ ਖੜੇ ਆ ਕਿ ਅਸੀਂ ਜੇ ਪਹਿਲੇ ਦਿਨ ਤੋਂ ਖੜੇ ਸੀਗੇ ਅੱਜ ਵੀ ਨਾਲ ਖੜੇ ਆ। ਸਾਡੇ 'ਚ ਕੋਈ ਢਹਿੰਦੀ ਕਲਾ ਦਾ ਨਹੀਂ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਪਹਿਲੇ ਤੋਂ ਵੀ ਸੀਗਾ, ਚੜ੍ਹਦੀ ਕਲਾ ਦਾ ਪ੍ਰਤੀਕ ਹੁਣ ਤੋਂ ਵੀ ਆ। ਤੁਸੀਂ ਬੈਨਰ ਫੜਿਆ ਹੋਇਆ ਭਾਈ ਹੱਥ ਦੇ ਵਿੱਚ, आज ऑक्सीजन और इंजेक्शन ढूंढ रहे हो, कहीं कल अनाज ना ढूंढना पड़े। ਅੱਜ ਆਕਸੀਜਨ ਦੀ ਕਿੱਲਤ ਚੱਲ ਰਹੀ ਹੈ, ਕਰੋਨਾ ਦਾ ਸਮਾਂ, ਆਪਣੇ ਸਾਰਿਆਂ ਦੇ ਮੂੰਹ ਤੇ ਮਾਸਕ ਲੱਗੇ ਹੋਏ ਨੇ, ਆਕਸੀਜਨ ਦੀ ਘਟਾਓ ਆ ਰਿਹਾ ਆ, ਕਿੱਲਤ ਆ ਰਹੀ ਆ, ਉੱਥੇ ਇੰਜੈਕਸ਼ਨ ਦੀ ਵੀ ਕਿੱਲਤ ਆ ਰਹੀ ਆ। ਇਹ ਇੰਜੈਕਸ਼ਨ ਤੇ ਵੈਕਸੀਨੇਸ਼ਨ ਜਿਹੜੀ ਆਪਾਂ ਕਹਿ ਸਕਦੇ ਹਾਂ, ਆਕਸੀਜਨ ਦੀ ਕਿੱਲਤ ਹੁਣ ਕਿਉਂ ਆਈ, ਪਹਿਲਾਂ ਕਿਉਂ ਨਹੀਂ ਆਈ ਇੰਨੇ ਸਮੇਂ ਦੇ ਵਿੱਚ? ਕਿ ਆਪਣੀ ਇੰਡੀਆ ਆਪਾਂ ਉੱਦਾਂ ਐਡਵਾਂਸ ਕਹਿੰਦੇ ਨੇ, ਐਡਵਾਂਸ ਕਰ ਰਹੇ ਨੇ, ਪਰ ਸੱਚਮੁੱਚ ਦੇ ਐਡਵਾਂਸ ਹੈ ਕਿ ਨਹੀਂ? ਦੇਖੋ ਜੀ, ਐਡਵਾਂਸ ਕਿੰਨਾ ਕੁ ਹੈ ਉਹ ਤਾਂ ਆਪਾਂ ਪਿਛਲੀਆਂ ਖਬਰਾਂ ਜੇ ਪੜ੍ਹ ਕੇ ਦੇਖ ਲਈਏ ਵੀ ਕੀ ਹਾਲਾਤ ਸਾਡੇ ਮੁਲਕ ਦੇ ਵਿੱਚ ਹੋਏ ਨੇ, ਚਾਹੇ ਮਹਾਰਾਸ਼ਟਰ ਹੈ, ਯੂਪੀ ਹੈ, ਬਿਹਾਰ ਹੈ, ਚਾਹੇ ਪੰਜਾਬ ਦੀ ਗੱਲ ਕਰ ਲਈਏ, ਸਾਰੇ ਕਿਤੇ ਜੋ ਹਾਲਾਤ ਹੈ ਸਾਨੂੰ ਸਾਰਿਆਂ ਨੂੰ ਜੱਗ ਜ਼ਾਹਿਰ ਨੇ। ਦੂਸਰੀ ਚੀਜ਼ ਇਹ ਹੈ ਕਿ ਜੇ ਆਕਸੀਜਨ ਦੇ ਵਿੱਚ ਅੱਜ ਦੀ ਡੇਟ, ਚਲੋ ਠੀਕ ਹੈ, ਇੱਕਦਮ ਡਿਮਾਂਡ ਵੱਧ ਗਈ, ਲੇਕਿਨ ਉਹਦੇ ਨਾਲ ਜੇ ਆਪਾਂ ਇਹ ਗੱਲ ਕਰੀਏ ਕਿ ਕਿਸੇ ਦੇਖੋ ਆਉਣਾ ਜਾਣਾ ਤਾਂ ਜੀਆਂ ਦਾ ਚੱਲਦਾ ਰਿਹਾ ਵੀ ਮੌਤ ਤਾਂ ਇੱਕ ਦਿਨ ਆਣੀ ਹੈ, ਪਰ ਉਹ ਪਰਿਵਾਰ ਦੇ ਉੱਤੇ ਦੇਖ ਕੇ ਸੋਚੋ ਵੀ ਉਹਦੇ ਦਿਲ ਤੇ ਕੀ ਬੀਤਦੀ ਹੈ ਜਿਹਦਾ ਘਰ ਦਾ ਮੈਂਬਰ ਆਕਸੀਜਨ ਦੀ ਘਾਟ ਕਰਕੇ ਚਲੇ ਜੇ। ਇੱਕ ਇੰਜੈਕਸ਼ਨ ਜੇ ਕਿਸੇ ਡਾਕਟਰ ਨੇ ਲਿਖਤਾ ਕਿ ਅਸੀਂ ਅੱਜ ਇੰਨੇ ਆਪਾਂ
ਇੰਨੇ ਵੀ ਵਿਕਸਿਤ ਨਹੀਂ ਹੋਏ ਕਿ ਅਸੀਂ ਇੰਜੈਕਸ਼ਨ ਮੁਹੱਈਆ ਕਰਾ ਸਕੀਏ। ਉਹਦੇ ਪਿੱਛੇ ਲੋਕਾਂ ਨੇ ਦੁਕਾਨਦਾਰੀ ਬਣਾ ਲਈ, 18 20 ਹਜ਼ਾਰ ਦਾ ਸਿਲੰਡਰ ਕਰਤਾ, 3000 ਦਾ ਇੰਜੈਕਸ਼ਨ 40 50 ਹਜ਼ਾਰ 'ਚ ਲੋਕੀ ਖਰੀਦਣੇ ਵੀ ਆਪਣਾ ਮੁਲਕ ਜਾ ਕਿਹੜੇ ਪਾਸੇ ਰਿਹਾ। ਇਸੇ ਲਈ ਮੈਂ ਇਹ ਸੰਦੇਸ਼ ਲੈ ਕੇ ਖੜਾ ਕਿ ਅੱਜ ਅਸੀਂ ਇਹ ਆਕਸੀਜਨ ਵੀ ਤੇ ਇੰਜੈਕਸ਼ਨ ਵੀ ਨਿੱਜੀ ਘਰਾਂ ਦੇ ਹੱਥਾਂ 'ਚ ਹੈ। ਇਹਦਾ ਨਿੱਜੀਕਰਨ ਹੈ, ਪ੍ਰਾਈਵੇਟ ਕੰਪਨੀਆਂ ਇਹਨੂੰ ਮੈਨੂਫੈਕਚਰ ਕਰਦੀਆਂ, ਉਹਨਾਂ ਦੇ ਉੱਤੇ ਹੈਗਾ ਵੀ ਕਿਸ ਤਰ੍ਹਾਂ ਸਰਕਾਰ ਉਹਨੂੰ ਕੰਟਰੋਲ ਕਰਦੀ ਹੈ। ਜੇ ਇੰਨੀ ਮਹਾਮਾਰੀ ਦੇ ਵਿੱਚ ਸਰਕਾਰ ਆਕਸੀਜਨ ਤੇ ਇੰਜੈਕਸ਼ਨ ਨੂੰ ਕੰਟਰੋਲ ਨਹੀਂ ਕਰ ਸਕੀ, ਉਹਦੀ ਕਾਲਾ ਬਾਜ਼ਾਰੀ, ਕੱਲ ਨੂੰ ਇਹ ਅਨਾਜ ਉਹਨਾਂ ਦੇ ਹੱਥਾਂ 'ਤੇ ਜਾਏਗਾ, ਉਦੋਂ ਆਪਾਂ ਕਿੱਥੇ ਜਾਵਾਂਗੇ। ਬਹੁਤ ਲੰਬਾ ਵੱਡਾ ਆંકੜਾ ਜਿਹੜਾ ਪੈਸਿਆਂ ਦਾ ਜਿਹੜਾ ਮੂਰਤੀਆਂ ਦੇ ਉੱਤੇ ਖਰਚ ਕੀਤਾ ਜਾਂਦਾ, 3000 ਕਰੋੜ, 1000 ਕਰੋੜਾਂ ਦੇ ਉੱਤੇ ਜਿਹੜਾ ਆਪਾਂ 1 ਕਰੋੜ ਤਾਂ ਇੱਕ ਨਹੀਂ ਮਾਣ ਹੁੰਦਾ, ਇਹ 1000 ਕਰੋੜ ਜਿਹੜੇ ਲੱਗ ਜਾਂਦੇ ਨੇ ਮੂਰਤੀਆਂ ਦੇ ਉੱਤੇ ਖਰਚਿਆ ਜਾਂਦਾ। ਤੁਹਾਨੂੰ ਲੱਗਦਾ ਜੇ ਇਹੀ ਸਹੂਲਤਾਂ ਮੈਡੀਕਲ ਫੈਸਿਲਿਟੀਜ਼ ਵਾਸਤੇ ਦਿੱਤੀਆਂ ਜਾਂਦੀਆਂ ਤਾਂ ਸ਼ਾਇਦ ਅੱਜ ਇੰਡੀਆ ਹੋਰ ਐਡਵਾਂਸ ਹੁੰਦਾ, ਜਿਹੜੀ ਆਪਾਂ ਨੂੰ ਦਿੱਕਤ ਆ ਰਹੀ ਹੈ ਮੌਤਾਂ ਦੀ ਗਿਣਤੀ ਜਿਹੜੀ ਆਕਸੀਜਨ ਕਰਕੇ ਆ ਰਹੀ ਹੈ ਉਹ ਘਟ ਜਾਂਦੀ। ਬਿਲਕੁਲ ਘਟ ਜਾਂਦੀ ਜੀ। ਸਾਡਾ ਅਸੀਂ ਇੱਕ ਡਿਵੈਲਪਿੰਗ ਕੰਟਰੀ ਆ, ਸਾਨੂੰ ਆਪਣੀ ਕੰਟਰੀ ਦੇ ਵੱਖ-ਵੱਖ ਤੀਜਿਆਂ ਨੂੰ ਦੇਖ ਕੇ ਵੀ ਹਾਂਜੀ ਸਾਡੇ ਦੇਸ਼ ਦੇ ਵਿੱਚ ਪਾਵਰਟੀ ਹੈ, ਸਾਡੇ ਦੇਸ਼ ਦੇ ਵਿੱਚ ਅਨਪੜ੍ਹਤਾ ਹੈ, ਸਾਨੂੰ ਆਪਣੀ ਪ੍ਰਾਥਮਿਕਤਾ ਉਸ ਹਿਸਾਬ ਨਾਲ ਲੈ ਕੇ ਚੱਲਣੀ ਚਾਹੀਦੀ ਹੈ ਕਿ ਸਾਡੀ ਅੱਜ ਦੀ ਲੋੜ ਕੀ ਹੈ। ਅਸੀਂ ਸਟੈਚੂ ਆਫ ਲਿਬਰਟੀ ਵਾਂਗੂ ਸਟੈਚੂ ਆਫ ਯੂਨਿਟੀ ਬਣਾ ਲਾਂਗੇ, ਅਸੀਂ ਉਹਨੇ ਜੋਗੇ ਹੋ ਤਾਂ ਜਾਈਏ। ਪਹਿਲਾਂ ਅਸੀਂ ਕਿਹਨੂੰ ਦਿਖਾਣਾ ਚਾਹੁੰਦੇ ਹਾਂ ਕਿ ਅਸੀਂ ਆ ਜੀ 3500 ਕਰੋੜ ਦਾ ਜਾਂ 3000 ਕਰੋੜ ਦਾ ਸਟੈਚੂ ਬਣਾ ਲਿਆ। ਅਸੀਂ ਉਹ ਤਾਂ ਦੇਖੀਏ ਵੀ ਸਾਡੇ ਮੁਲਕ 'ਚ ਕਿੰਨੇ ਲੋਕ ਆ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ। ਸੜਕਾਂ 'ਤੇ ਤੁਸੀਂ ਚੰਡੀਗੜ੍ਹ ਦਾ ਹਾਲ ਦੇਖ ਲਓ, ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਮੈਂ ਕਹਿੰਦਾ ਜਿੰਨੇ ਫੁੱਟਪਾਥ ਹੈ ਭਰੇ ਪਏ ਨੇ, ਤੇ ਉਹਦੇ ਨਾਲ ਪ੍ਰਸ਼ਾਸਨ ਕੀ ਕਰ ਰਿਹਾ। ਸਾਡੇ ਇੱਕ ਬਜ਼ੁਰਗ ਬਾਬਾ ਜੀ ਮਟਕਾ ਚੌਂਕ ਬੈਠਦੇ ਆ, ਉਹਨਾਂ ਨੂੰ ਉਠਾਉਣ ਲਈ ਤੀਜੇ ਦਿਨ ਪੁਲਿਸ ਆ ਜਾਂਦੀ ਹੈ, ਤੇ ਇਹਨਾਂ ਨੂੰ ਬਾਕੀ ਉਹ ਜਿਹੜੇ ਭੀਖ ਮੰਗਦੇ ਵਿਚਾਰੇ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ, ਉਹਨਾਂ ਵਾਸਤੇ ਉਹਨਾਂ ਨੂੰ ਚੱਕਣ ਦਾ ਕਦੀ ਸਰਕਾਰ ਦੀ ਜ਼ਰੂਰਤ ਨਹੀਂ ਪੈਂਦੀ। ਤੇ ਦੂਸਰੀ ਚੀਜ਼ ਇਹ ਸਾਹਮਣੇ ਆਉਂਦੀ ਹੈ ਕਿ ਇਹਨਾਂ ਚੀਜ਼ਾਂ ਤੋਂ ਹੁਣ ਧਰਮਾਂ ਦੇ ਵੱਖ ਵਖੇਵਿਆਂ ਤੋਂ ਅਸੀਂ ਹੁਣ ਇਕੱਠੇ ਹੋ ਗਏ ਹਾਂ, ਅਸੀਂ ਸਰਕਾਰ ਤੋਂ ਜਵਾਬ ਮੰਗਾਂਗੇ। ਇਹ ਹੁਣ ਕੌਮ ਜਾਗ ਗਈ ਹੈ, ਸਾਡਾ ਮੁਲਕ ਜਾਗ ਗਿਆ, ਸਾਡਾ ਯੁਵਕ ਜਾਗਰੂਕ ਹੈ, ਪੜ੍ਹਿਆ ਲਿਖਿਆ, ਉਹਨੇ ਸਰਕਾਰਾਂ ਨੂੰ ਸਵਾਲ ਕਰਨੇ ਹੀ ਨੇ। ਪਹਿਲਾਂ ਤਰੀਕੇ ਦੀ ਰਾਜਨੀਤੀ ਹੁਣ ਇੱਥੇ ਨਹੀਂ ਚੱਲਣੀ। ਹੁਣ ਜਿਹੜਾ ਇੱਕ ਬਹੁਤ ਵੱਡਾ ਨਾ ਕਾਰਨ ਕਹਿ ਰਹੇ ਸੀਗੇ ਆਪਰੇਸ਼ਨ ਕਲੀਨ ਕਹਿ ਰਹੇ ਸੀ, ਕਿਤੇ ਨਾ ਕਿਤੇ ਕਰੋਨਾ ਕਰਕੇ ਕਹਿੰਦੇ ਵੀ ਹੁਣ ਕਿਸਾਨਾਂ ਨੂੰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵੀ ਕੋਈ ਜੇ ਕਰੋਨਾ ਹੈ ਤਾਂ ਕਰੋਨਾ ਦਾ ਕੋਈ ਕੇਸ ਕਿਸਾਨੀ ਮੋਰਚੇ ਦੇ ਵਿੱਚੋਂ ਕਿਉਂ ਨਹੀਂ ਨਿਕਲ ਕੇ ਆ ਰਿਹਾ? ਦਿੱਲੀ ਦੇ ਵਿੱਚ ਜਿਹੜਾ ਐਡਾ ਲੱਖ ਜਿਹੜਾ ਕਿਸਾਨ ਬੈਠਾ ਉੱਥੇ ਫਿਰ ਕਿਉਂ ਨਹੀਂ ਕੇਸ ਆ ਰਹੇ? ਦੇਖੋ ਜੀ, ਜਿਹੜਾ ਆਪਾਂ ਕਰੋਨਾ ਇਹ ਜ਼ਰੂਰ ਹੈਗੀ ਹੈ ਬਿਮਾਰੀ, ਇਹ ਤਾਂ ਜਿਹਨੂੰ ਪਤਾ ਲੱਗਦਾ, ਜਿਹਦੇ ਜਿਹੜਾ ਰਾਹ ਪਿਆ ਜਾਣੇ ਆ ਵਾਹ ਪਿਆ ਜਾਣੇ ਵਾਲੀ ਗੱਲ ਹੈ। ਇਹਦੇ 'ਚ ਮੈਂ ਅਪੀਲ ਕਰਦਾ ਆਪਣੇ ਪ੍ਰਧਾਨ ਮੰਤਰੀ ਨੂੰ ਕਿ ਜੋ ਪਿੱਛੇ ਕਰਨਾ ਸੀ, ਤੂੰ ਗਲਤੀਆਂ ਕਰ ਲੀਆਂ, ਹੋ ਗਈਆਂ, ਕੋਈ ਗੱਲ ਨਹੀਂ, ਹੋ ਜਾਂਦੀਆਂ। ਜੇ ਇੰਨਾ ਹੀ ਕਰੋਨਾ ਮਹਾਮਾਰੀ ਹੈਗੀ ਹੈ ਤੇ ਅੱਜ ਹੀ ਇਸੇ ਕਰੋਨਾ ਦੇ ਵਿੱਚ ਹੀ ਲੈ ਕੇ ਕਿ ਵੀ ਮੇਰੇ ਮੁਲਕ ਦਾ ਵਸਨੀਕ ਸੜਕ ਤੇ ਆ ਕੇ ਇੰਨੀ ਦੇਰ ਦਾ ਬੈਠਾ, ਇੱਥੇ ਮਹਾਮਾਰੀ ਫੈਲ ਜੇਗੀ ਜਾਂ ਫੈਲੀ ਹੋਈ ਹੈ, ਮੈਂ ਇਹਨਾਂ ਦੇ ਬਿੱਲ ਅੱਜ ਹੀ ਰੱਦ ਕਰਦਾ, ਮੈਂ ਬਾਅਦ 'ਚ ਕਰ ਲਾਂਗਾ। ਮੇਰੇ ਕੋਲ ਅਜੇ ਸਮਾਂ 2024 ਤੱਕ ਪਿਆ ਹੈਗਾ। ਪਹਿਲਾਂ ਆਪਾਂ ਕਰੋਨਾ ਦੀ ਵੇਵ 'ਚੋਂ ਬਾਹਰ ਨਿਕਲੀਏ, ਉਦੋਂ ਬਾਅਦ ਕਰ ਲਾਂਗੇ, ਆਪਾਂ ਆਪਣੇ ਮੁੱਦੇ ਹੱਲ ਕਰ ਲਾਂਗੇ। ਤੁਸੀਂ ਕਿਸਾਨਾਂ ਨੂੰ ਉਹਨਾਂ ਦੇ ਜਿਹੜੇ ਬਿੱਲ ਮਾਫ ਕਰਕੇ ਬਾਅਦ 'ਚ ਆਪੇ ਇੱਥੇ ਬਹਿਸ ਹੁੰਦੀ ਰਹੇਗੀ। ਤੁਸੀਂ ਵੈਸੇ ਹੀ ਕਮੇਟੀਆਂ ਬਣਾਈਆਂ ਹੋਈਆਂ ਜਿਹੜੀਆਂ ਇਹਦੇ 'ਤੇ ਸੁਝਾਅ ਲੈ ਕੇ ਤੁਸੀਂ ਅਮੈਂਡਮੈਂਟ ਕਰ ਰਹੇ ਹੋ, ਉਹਦੇ ਨਾਲੋਂ ਤਾਂ ਹੁਣ ਕਹੋ ਵੀ ਹਾਂਜੀ ਕਰੋਨਾ ਹੈਗਾ ਇਸ ਕਰਕੇ ਇਹ ਖਾਰਿਜ ਕੀਤੇ ਜਾਂਦੇ, ਆਪਣੇ ਘਰਾਂ ਨੂੰ ਜਾਓ। ਅਸੀਂ ਇੰਨੇ ਸਮੇਂ ਦੇ ਅੰਦਰ ਕਮੇਟੀ ਦੇ ਜੋ ਗਠਨ ਦੇ ਹਿਸਾਬ ਨਾਲ ਬਣ ਕੇ ਆਏਗਾ ਅਸੀਂ ਬਣਾ ਲਾਂਗੇ, ਅਸੀਂ ਉਦੋਂ ਵਿਚਾਰ ਕਰ ਲਾਂਗੇ। ਤੁਸੀਂ ਦੇਖੋ ਅੱਜ ਅਸੀਂ ਆਪਣਾ ਸਮਾਂ ਕੱਢ ਕੇ ਕਿੱਥੇ ਲੋਕੀ ਘਰੋਂ ਬਾਹਰ ਨਿਕਲ ਕੇ ਰਾਜੀ ਨਹੀਂ, ਘਰ ਦਾ ਜੀ ਕੋਈ ਕਿਸੇ ਦੇ ਘਰ 'ਚ ਮੌਤ ਹੋ ਜੇ ਅਗਲਾ ਸੰਸਕਾਰ ਕਰਨ ਨੂੰ ਹੱਥ ਲਾ ਕੇ ਰਾਜੀ ਨਹੀਂ। ਅਸੀਂ ਫਿਰ ਵੀ ਲੋਕ ਸੜਕਾਂ ਤੇ ਖੜੇ ਨੇ, ਉੱਥੇ ਧਰਨੇ ਦੇ ਲੋਕ ਬੈਠੇ ਨੇ, ਤੇ ਇਹਨਾਂ ਚੀਜ਼ਾਂ ਕੀ ਸਾਡੇ ਪ੍ਰਧਾਨ ਮੰਤਰੀ ਨੂੰ ਨਜ਼ਰ ਨਹੀਂ ਆਉਂਦੀਆਂ? ਕਿ ਇੱਕ ਜ਼ਹਿਨ ਦੇ ਵਿੱਚ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਜ਼ਹਿਨ ਦੇ ਵਿੱਚ ਕੀ ਆਉਂਦਾ ਜਦੋਂ ਇੱਕ ਨਾਮ ਸੁਣ ਲੈਂਦੇ ਤੁਸੀਂ ਨਰਿੰਦਰ ਮੋਦੀ? ਹਿਟਲਰ ਆਉਂਦਾ ਜੀ। ਤੇ ਇਹਦੇ ਦੂਜੀ ਚੀਜ਼ ਇਹ ਹੈ ਕਿ ਹੁਣ ਜੇ ਆਪਾਂ ਦੇਖ ਲਈਏ ਕਿ ਕਿਹੜੇ ਤਰੀਕੇ ਦੇ ਨਾਲ, ਜੇ ਸਾਡੇ ਪ੍ਰਧਾਨ ਮੰਤਰੀ ਨੂੰ ਤੁਸੀਂ ਦੇਖੋ ਕਿ ਜੋ ਉਹਨਾਂ ਦਾ ਪਹਿਨਾਵਾ ਹੈਗਾ, ਜਿਸ ਤਰੀਕੇ ਨਾਲ ਉਹਨਾਂ ਨੇ ਬਾਹਰ ਨਿਕਲਣਾ, ਸਾਹਮਣੇ ਭੀੜ ਹੈ ਨਹੀਂ ਹੈ, ਉਹਨਾਂ ਨੇ ਹੱਥ ਹਿਲਾਈ ਜਾਣਾ, ਪਤਾ ਨਹੀਂ ਕਿਹੜੀ ਭੀੜ ਨੂੰ ਹੱਥ ਦਿੰਦੇ ਆ, ਕੈਮਰਾ ਸੈਵੀਓ ਹੈਗੇ ਨੇ। ਇਹ ਸਾਰੀਆਂ ਚੀਜ਼ਾਂ ਹਿਟਲਰ ਦੀਆਂ ਕੈਰੈਕਟਰਿਸਟਿਕਸ ਨੂੰ ਡਿਫਾਈਨ ਕਰਦੀਆਂ। ਤੇ ਜਿਸ ਤਰੀਕੇ ਨਾਲ ਹਿਟਲਰ ਨੇ ਅਖੀਰ ਤੇ ਸੁਸਾਈਡ ਕੀਤੀ ਸੀ, ਮੈਨੂੰ ਡਰ ਹੈ ਕਿਤੇ, ਤੇ ਮੈਂ ਕਹਾਂਗਾ ਵੀ ਇਹੋ ਜੀ ਕਿਤੇ ਗੱਲ ਸਾਡੇ ਪ੍ਰਧਾਨ ਮੰਤਰੀ ਦੇ ਨਾਲ ਨਾ ਹੋ ਜੇ ਕਿ ਉਹ ਇੰਨੇ ਡਿਪਰੈਸ਼ਨ 'ਚ ਆ ਜਾਣ ਕਿ ਮੈਂ ਇਹ ਕੀ ਕਰ ਬੈਠਾ ਆਪਣੇ ਮੁਲਕ ਨਾਲ। ਜਿਹੜੇ ਵਾਅਦੇ ਲੈ ਕੇ ਉਹ ਪ੍ਰਧਾਨ ਮੰਤਰੀ ਬਣਨ ਆਏ ਸੀਗੇ, ਉਹ ਸ਼ਾਇਦ ਉਹਨਾਂ ਨੂੰ ਅੱਜ ਭੁੱਲ ਗਏ ਨੇ। ਕੈਮਰੇ ਦੀਆਂ ਫੋਟੋਆਂ ਦੇ ਬਜਾਏ ਉਹ ਆਪਣਾ ਸ਼ੀਸ਼ਾ ਵੇਖਣ, ਉੱਥੇ ਆਪਣੇ ਆਪ ਨਾਲ ਗੱਲ ਕਰਨ, ਮੈਂ ਕੀ ਲੈ ਕੇ ਸੁਪਨਾ ਆਇਆ ਸੀ ਤੇ ਮੈਂ ਕੀ ਕਰੀ ਜਾਂਦਾ। ਅੱਛਾ ਬਾਈ, ਕਹਿੰਦੇ ਨੇ ਤੁਸੀਂ ਕਲਾਸਿਸ ਪੜ੍ਹਦੇ ਹੋਵੋਗੇ, ਐਜੂਕੇਸ਼ਨ ਕੀਤੀ ਹੋਊਗੀ, ਕਹਿੰਦੇ ਨੇ ਕਿਤਾਬਾਂ ਦੇ ਵਿੱਚ ਆਪਾਂ ਅਕਸਰ ਪੜ੍ਹਿਆ ਕਿ ਇੰਡੀਆ ਇਜ਼ ਅ ਡੈਮੋਕ੍ਰੈਟਿਕ ਕੰਟਰੀ। ਲੱਗਦਾ ਵੀ ਕਿਤੇ ਡੈਮੋਕ੍ਰੇਸੀ ਦਿਖ ਰਹੀ ਹੈ? ਸਰ ਗੱਲ ਮੈਂ ਤੁਹਾਨੂੰ ਦੱਸਾਂ, ਕਿਤੇ ਨਾ ਕਿਤੇ ਇਨੀਸ਼ੀਅਲ ਸਟੇਜ ਤੇ, ਕਿਉਂਕਿ ਮੇਰਾ ਫਾਰਮਿੰਗ ਬੈਕਗਰਾਊਂਡ ਨਹੀਂ ਹੈਗਾ, ਜੇ ਮੈਂ ਕਹਾਂ ਨਾ ਕਿ ਡਾਇਰੈਕਟਲੀ ਮੈਂ ਲਿੰਕ ਰੱਖਦਾ ਫਾਰਮਿੰਗ ਨਾਲ, ਕਿ ਦੇਖੋ ਰੋਟੀ ਖਾਂਦਾ ਅੱਜ ਸੜਕ ਤੇ ਆ, ਪਰ ਉਸ ਤੋਂ ਵੱਧ ਵੀ ਨਾ ਇੱਕ ਚੀਜ਼ ਸੀ ਜਿਹਨੇ ਮੈਨੂੰ ਆ ਮੋਰਚੇ ਵੱਲ ਖਿੱਚਿਆ, ਉਹ ਇਹੀ ਸੀਗੀ ਕਿ ਜਿਹੜੀ ਹਿਊਮਨ ਰਾਈਟ ਵਾਇਓਲੇਸ਼ਨ ਹੋ ਰਹੀ ਸੀ, ਜਿਹੜੇ ਅਨਡੈਮੋਕ੍ਰੈਟਿਕ ਵੇ ਨਾਲ ਬਿੱਲ ਪਾਸ ਹੋਏ ਆ, ਕਿ ਜਿਸ ਆਪਾਂ ਜੇ ਪਿਛਲੇ ਸਾਲ 'ਚ ਚੱਲ ਜਾਈਏ ਨਾ, ਕਿ ਜਿਸ ਵੇ ਨਾਲ ਬਿੱਲ ਪਾਸ ਹੋਏ ਸੀ ਡੈਮੋਕ੍ਰੇਸੀ ਨੂੰ, ਤਾਂ ਉਸ ਦਿਨ ਹੀ ਥੱਪੜ ਵੱਜ ਗਏ ਸੀਗੇ।
ਕਿ ਉਹ ਤਾਂ ਡੈਮੋਕ੍ਰੈਟਿਕ ਵੇ ਨਹੀਂ ਸੀਗਾ। ਉਸ ਤੋਂ ਬਾਅਦ ਵੀ ਚਲੋ ਤੁਸੀਂ ਬਿੱਲ ਵੀ ਪਾਸ ਕਰਤੇ, ਮੰਨ ਲਓ ਕਿ ਤੁਸੀਂ ਕਿਸੇ ਐਨੀ ਹੋ ਯੂ ਜਸਟੀਫਾਈ ਕਿ ਹਾਂ ਉਹ ਇੱਕ ਡੈਮੋਕ੍ਰੈਟਿਕ ਵੇ ਸੀਗਾ। ਉਸ ਤੋਂ ਬਾਅਦ ਜਿਹੜੀ ਹਿਊਮਨ ਰਾਈਟ ਵਾਇਓਲੇਸ਼ਨ ਹੋਈ ਹੈ, ਜਿਹੜਾ ਇਲੀਗਲ ਵੇ ਨਾਲ ਪੁਲਿਸ ਨੇ ਐਕਸ਼ਨ ਚੱਕਿਆ ਆਪਣੇ ਕੰਟਰੀ ਦੇ ਸਿਟੀਜ਼ਨਸ ਤੇ। ਜਿਹੜੀ ਪੁਲਿਸ ਹੁੰਦੀ ਹੈ ਨਾ ਸਰ, ਪੁਲਿਸ ਦਾ ਕੀ ਕੰਮ ਹੁੰਦਾ ਕਿ ਕਿਸੇ ਪਾਰਟਿਕੂਲਰ ਪੋਲੀਟੀਕਲ ਪਾਰਟੀ ਦੀ ਬੰਦਿਸ਼ ਨਹੀਂ ਹੁੰਦੀ, ਉਹ ਹੁੰਦੀ ਹੈ ਬਾਏ ਦ ਕੰਟਰੀ ਫॉर ਦ ਸਿਟੀਜ਼ਨਸ। ਪਰ ਜੇ ਆਪਾਂ ਦੇਖ ਲਈਏ ਕਿ ਪੁਲਿਸ ਕੰਮ ਹੀ ਕੀ ਕਰ ਰਹੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਆਰਡਰਸ ਦੇ ਉੱਤੇ ਹੈ ਕਿ ਅਗਰ ਉਹਨੇ ਕਹਿਤਾ ਲਾਠੀ ਚਾਰਜ, ਆਪਾਂ ਜੇ ਜ਼ਿਆਦਾ ਦੂਰ ਵੀ ਨਾ ਜਾਈਏ, ਕੱਲ ਦਾ ਹੀ ਹਿਸਾਰ ਦਾ ਆਪਾਂ ਇੰਸੀਡੈਂਟ ਸਾਰੇ ਦੇ ਸਾਹਮਣੇ ਹੈ। ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕੋਵਿਡ ਹੈ, ਠੀਕ ਹੈ, ਕੋਵਿਡ ਦੇ ਵਿੱਚ ਕੀ ਇੱਕ ਸੀਐਮ ਨੂੰ ਇੰਨੀ ਅਕਲ ਨਹੀਂ ਹੈ ਕਿ ਹਾਂ ਕੋਈ ਉਹਨੇ ਪ੍ਰੋਗਰਾਮ ਨਹੀਂ ਕਰਨਾ, ਤੇ ਜੇ ਉਹਦਾ ਪ੍ਰੋਗਰਾਮ ਕਰ ਰਿਹਾ ਤੇ ਜੇ ਬੰਦੇ ਉਹਦਾ ਵਿਰੋਧ ਕਰਨ ਜਾ ਰਹੇ, ਇੱਕ ਪੀਸਫੁਲ ਪ੍ਰੋਟੈਸਟ, ਕੋਈ ਪੱਥਰ ਨਹੀਂ ਸੁੱਟ ਰਿਹਾ, ਕੋਈ ਹੱਥ ਨਹੀਂ ਚੱਕ ਰਿਹਾ, ਆ ਝੰਡੇ ਹੱਥੀ 'ਚ ਹੈ, ਝੰਡੇ ਦਿਖਾ ਰਹੇ, ਪੋਸਟਰ ਸ਼ੋਇੰਗ ਕਰ ਰਹੇ ਆ, ਕਿ ਇੰਨਾ ਉਹਨਾਂ ਦੇ ਮਨਾਂ 'ਚ ਡਰ ਬਹਿ ਗਿਆ ਕਿ ਪੁਲਿਸ ਲਾਠੀ ਚਾਰਜ ਕਰ ਰਹੀ ਹੈ, ਟੀਅਰ ਗੈਸ ਕਰ ਰਹੀ ਹੈ। ਟੀਅਰ ਗੈਸ ਵੀ ਸਿੱਧਾ ਕਿਸੇ ਦੇ ਲੱਤਾਂ 'ਤੇ ਚੱਲ ਰਹੇ, ਕਿਸੇ ਦੇ ਫੇਸ 'ਤੇ ਚੱਲ ਰਹੇ ਆ। ਫੋਟੋਆਂ ਸਾਡੇ ਸਾਹਮਣੇ ਆਈਆਂ ਕਿ ਜੇ ਤੁਸੀਂ ਕਹਿੰਦੇ ਹੋ ਡੈਮੋਕ੍ਰੇਸੀ ਕੰਟਰੀ, ਡੈਮੋਕ੍ਰੇਸੀ, ਮੈਂ ਸੱਚੀ ਦੱਸਾਂ ਛੋਟੇ ਹੁੰਦੇ ਮਾਣ ਬੜਾ ਹੁੰਦਾ ਸੀਗਾ ਕਿ ਜਦ ਆਪਾਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀਗੇ ਨਾ ਕਿ ਹਾਂ ਅਸੀਂ ਇੰਡੀਆ 'ਚ ਰਹਿ ਰਹੇ ਹਾਂ, ਮੇਰਾ ਭਾਰਤ ਮਹਾਨ। ਪਰ ਜਿਹੜੀ ਪਿਕਚਰ 2014 ਤੋਂ ਬਾਅਦ ਭਾਰਤ ਦੀ ਆ ਰਹੀ ਹੈ ਵਰਲਡ ਲੈਵਲ ਤੇ, ਇਹ ਨਹੀਂ ਇਕੱਲਾ ਇੰਡੀਆ ਦੇ ਵਿੱਚ, ਕਿ ਸ਼ਰਮ ਆਉਂਦੀ ਹੈ ਕਹਿਣ ਲੱਗੇ ਕਿ ਅਸੀਂ ਭਾਰਤ 'ਚ ਰਹਿੰਦੇ ਹਾਂ, ਕਿ ਇੰਨੀ ਇੱਕ ਗੰਦੀ ਰਾਜਨੀਤੀ ਚਲਾਈ ਜਾ ਰਹੀ ਹੈ, ਇੰਨੇ ਗੰਦੇ ਵੇ ਨਾਲ ਕਰੀ ਜਾ ਰਹੀ ਹੈ, ਇੰਨੀ ਗੰਦੀ ਤਸ਼ੱਦਦ ਕੀਤੀ ਜਾ ਰਹੀ ਹੈ ਕਿ ਜਿਹੜਾ ਬੰਦਾ ਬਜ਼ੁਰਗ ਹੈ, ਸਾਡੇ ਦਾਦਿਆਂ ਦੀ ਉਮਰ ਦੇ ਆ ਜਿਹੜੇ ਉੱਥੇ ਬੈਠੇ ਆ, ਇੱਕ ਤਾਂ ਨੈਚੁਰਲ ਕਲੈਮਿਟੀਜ਼ ਤਾਂ ਫੇਸ ਕਰ ਹੀ ਰਿਹਾ, ਮੀਂਹ ਆ ਗਿਆ, ਹਨੇਰੀ ਆ ਗਿਆ, ਝੱਖੜ ਆ ਗਿਆ, ਉਹ ਸਭ ਕੁਝ ਸਹੀ ਵੀ ਜਾ ਰਿਹਾ ਚੁੱਪ ਕਰਕੇ, ਉਹ ਰੱਬ ਦਾ ਭਾਣਾ ਮਿੱਠਾ ਕਰਕੇ। ਫਿਰ ਵੀ ਜਦ ਕੋਈ ਇਹੋ ਜਿਹਾ ਹੁੰਦਾ ਉਹਨਾਂ ਨੂੰ ਡਾਂਗਾ ਪੈ ਰਹੀਆਂ ਕਿ ਭਲਿਓ ਮਾਨਸੋ ਕਿ ਉਹਨਾਂ ਨੇ ਕੋਈ ਤੁਹਾਡੇ ਤੋਂ ਰਾਜ ਮਹਿਲ ਨਹੀਂ ਮੰਗੇ, ਕੁਛ ਨਹੀਂ ਮੰਗੇ। ਦੂਜੀ ਗੱਲ ਜਿਹੜੀ ਤੁਸੀਂ ਨਾ ਸਟੈਚੂ ਦੀ ਕੀਤੀ ਸੀ, ਮੈਂ ਉਹਦੇ 'ਤੇ ਵੀ ਆ ਜਾ ਕਿ ਤੁਸੀਂ ਇਹ ਦੇਖ ਲਓ ਕਿ ਕਿੰਨੀ ਕੁ ਦੇਰ ਤੱਕ ਬੰਦਾ ਕਹਿੰਦੇ ਨਾ ਕਿ ਮੂਰਖ ਬਣਾ ਲੇ, ਕਾਫੀ ਟਾਈਮ ਤੱਕ ਸਕੈਮ ਚੱਲਦਾ ਰਿਹਾ, PM ਕੇਅਰ ਫੰਡ ਅਰਬਾਂ ਕਰੋੜਾਂ ਰੁਪਇਆ ਇਕੱਠਾ ਕਰ ਲਿਆ ਕਿ ਹਾਂ ਪਿਛਲੇ ਸਾਲ ਸਾਰਿਆਂ ਨੂੰ ਪਤਾ ਸੀਗਾ, ਇੱਥੋਂ ਤੱਕ ਕਿ 16 ਸਾਲ ਦੇ ਜਵਾਕ ਨੂੰ ਵੀ ਪਤਾ ਸੀਗਾ ਕਿ ਸੈਕਿੰਡ ਵੇਵ ਆਏਗੀ। UNO ਨੇ ਕਹਿਤਾ ਸੀ ਸੈਕਿੰਡ ਵੇਵ ਆਏਗੀ, WHO ਨੇ ਕਹਿਤਾ ਸੀ ਸੈਕਿੰਡ ਵੇਵ ਆਏਗੀ, ਉਹਦੀ ਤਿਆਰੀ ਕਿਉਂ ਨਹੀਂ ਕੀਤੀ ਗਈ? ਇਲੈਕਸ਼ਨਾਂ ਤੇ ਰੈਲੀਆਂ ਤੇ ਇੰਨਾ ਤੁਸੀਂ ਪੈਸਾ ਲਾਇਆ, ਇੰਨੀ ਤੁਸੀਂ ਪਲੈਨਿੰਗਾਂ ਕੀਤੀਆਂ, ਇੰਨੇ ਤੁਸੀਂ ਛੜਯੰਤਰ ਰਚੇ ਕਿ ਤੁਹਾਨੂੰ ਇਹ ਨਹੀਂ ਪਤਾ ਸੀ ਜੇ ਸੈਕਿੰਡ ਵੇਵ ਆ ਰਹੀ ਹੈ ਆਪਣੀ ਕੰਟਰੀ ਨੂੰ ਉਸ ਹਿਸਾਬ ਨਾਲ ਪ੍ਰੀਪੇਅਰ ਕੀਤਾ ਜਾਏ। ਅੱਜ ਸਰ ਮੈਂ ਤੁਹਾਨੂੰ ਦੱਸਾਂ ਕਿ ਦਿਨ ਰਾਤ ਇੱਕ ਹੋਇਆ, ਮੈਂ ਕੋਵਿਡ ਰਿਲੀਫ 'ਚ ਕੰਮ ਕਰ ਰਿਹਾ। ਹੁਣ ਉੱਥੇ ਸਾਨੂੰ ਪਤਾ ਹੈ ਕਿ ਪੇਸ਼ੈਂਟ ਦੀ ਫੈਮਿਲੀ ਦੀ ਕੀ ਹਾਲਤ ਹੁੰਦੀ ਹੈ। ਡਾਕਟਰ ਸਿੱਧਾ ਜਵਾਬ ਦੇ ਦਿੰਦੇ ਆ ਕਿ ਸਾਡੇ ਕੋਲ ਤਾਂ ਜੀ 3 ਘੰਟੇ ਦੀ ਆਕਸੀਜਨ ਰਹਿ ਗਈ ਹੈ, ਜੇ ਤੁਹਾਡੇ ਕੋਲ ਅਰੇਂਜ ਹੁੰਦਾ ਠੀਕ ਹੈ, ਨਹੀਂ ਤਾਂ 4 ਘੰਟੇ ਬਾਅਦ ਡੈੱਡ ਬੋਡੀ ਲੈ ਜਿਓ। ਕਿ ਇਹ ਡਾਕਟਰਾਂ ਤੋਂ ਜਵਾਬ ਮਿਲ ਰਿਹਾ, ਉਹ ਫੈਮਿਲੀ ਅੱਗੋਂ ਕੀ ਕਹੇਗੀ? ਉਹ ਫੈਮਿਲੀ ਜਦ ਰੋਂਦੇ ਕੰਸਲਟ ਕਰਦੇ ਆ ਨਾ ਕਿ ਵੀਰੇ ਕਿ ਪਲੀਜ਼ ਕੋਈ ਅਰੇਂਜਮੈਂਟ ਜੇ ਹੋ ਸਕਦਾ। ਜਿਹੜੇ ਸਰਕਾਰਾਂ ਦੇ ਕੰਮ ਸੀਗੇ ਨਾ ਅੱਜ ਉਹ ਯੂਥ ਸਾਂਭ ਰਿਹਾ। ਯੂਥ ਵੀ ਕਿਹੜਾ ਕਿ ਜਿਹੜੇ ਅੱਜ ਮੋਰਚੇ ਤੇ ਆ ਕੇ ਮੈਨੂੰ ਟੱਕਰੇ ਸੀਗੇ ਨਾ, ਇੱਕ ਸਾਡੇ ਇੱਥੇ ਬੌਂਡ ਬਣਿਆ ਸੀਗਾ, ਇੱਕ ਟੀਮ ਬਣੀ ਸੀ, ਅੱਜ ਉਹੀ ਟੀਮ ਨੇ ਦਿਨ ਰਾਤ ਕੀਤਾ ਹੋਇਆ। ਰੋਟੀ ਪਾਣੀ ਤੋਂ ਲੈ ਕੇ ਜਿਹੜੇ ਕੋਵਿਡ ਫੈਮਿਲੀ ਦੇ ਲੈਵਲ 1 ਤੇ ਹੋ ਜਾਂਦੇ, ਜਿਹੜੇ ਹੋਮ ਕੁਆਰੰਟੀਨ ਆ, ਉਹਨਾਂ ਨੂੰ ਡਿਨਰ ਵਗੈਰਾ ਪ੍ਰੋਵਾਈਡ ਕਰਨਾ। ਉਸ ਤੋਂ ਬਾਅਦ ਜੇ ਆਕਸੀਜਨ ਦੀ ਤੁਸੀਂ ਇਹ ਦੇਖੋ ਕਿ ਸਰਕਾਰ ਕੀ ਆਪਣੇ ਆਪ ਨੂੰ ਇੰਨੀ ਕੈਪੇਬਲ ਨਹੀਂ ਸਮਝਦੀ ਕਿ ਉਹਦੇ ਅਗਰ ਇੱਕ ਡਿਸਟ੍ਰਿਕਟ ਵਿੱਚ ਆਪਾਂ ਦੇਖਦੇ ਹਾਂ ਨਾ ਕਿ ਡਿਫਰੈਂਟ ਲੈਵਲਸ ਆਫ ਡੈਮੋਕ੍ਰੇਸੀ ਆ ਜਾਂਦੀ ਹੈ ਕਿ ਇਹ ਨਹੀਂ ਕਹਿੰਦੇ ਕਿ ਸਾਰਾ PM ਕਰੂਗਾ, ਪਰ ਜਿੱਥੇ CM ਨੇ ਕੰਮ ਕਰਨਾ, ਜਿੱਥੇ DC ਨੇ ਕੰਮ ਕਰਨਾ, ਜਿੱਥੇ SDM ਨੇ ਕੰਮ ਕਰਨਾ, ਘੱਟੋ ਘੱਟ ਆਪਣੇ ਲੈਵਲ 'ਚ ਤਾਂ ਕੰਮ ਕਰਨ। ਤੇ ਗੱਲ ਇਹ ਵੀ ਨਹੀਂ ਆ ਜਾਂਦੀ ਕਿ ਉਹ ਕੰਮ ਕਰਨ 'ਚ ਫੇਲ ਹੋ ਗਏ। ਤੇ ਦੁੱਖ ਇਸ ਗੱਲ ਦਾ ਲੱਗਦਾ ਕਿ ਦੇ ਡਿਡਨਟ ਇਵਨ ਟਰਾਈਡ। ਇੱਕ ਵਾਰੀ ਉਹ ਕੋਸ਼ਿਸ਼ ਕਰਕੇ ਦੇਖ ਲੈਂਦੇ, ਕੀ ਪਤਾ 1-ਅੱਧਾ% ਹੀ ਸੁਧਾਰ ਆ ਜਾਂਦਾ। ਜਿਹੜੇ ਇੰਨੀਆਂ ਮੌਤਾਂ ਹੋ ਰਹੀਆਂ, ਯੋਗੀ ਜੀ ਕੈਮਰੇ ਤੇ ਆ ਕੇ ਇੰਟਰਵਿਊ ਤਾਂ ਬੜਾ ਕਹਿ ਦਿੰਦੇ ਕਿ ਹਾਂਜੀ ਇੱਥੇ ਆਕਸੀਜਨ ਦੀ ਸ਼ਾਰਟੇਜ ਨਹੀਂ ਹੈ। ਮੇਰੇ ਕੋਲ ਨਾ ਮੇਰੇ ਫੋਨ 'ਚ ਡਾਟਾ ਪਿਆ ਜਿੰਨੇ ਬੰਦਿਆਂ ਨੇ ਮੈਨੂੰ ਅਪਰੋਚ ਕੀਤਾ। ਦੇਖੋ ਮੈਂ ਪੰਜਾਬ ਬੈਠਾ, ਕੋਈ ਮੇਰੀ ਉਹ ਅਹੁਦਾ ਨਹੀਂ ਹੈਗਾ, ਬਟ ਫਿਰ ਵੀ ਸਾਡੇ ਕੋਲ ਰਿਕੁਐਸਟ ਆਉਂਦੀ ਹੈ ਕਿ ਹਾਂ ਆਕਸੀਜਨ ਨਹੀਂ ਹੈ ਜੀ, ਸਿਲੰਡਰ ਦਵਾ ਦਿਓ, ਕੰਸਨਟਰੇਟਰ ਦਵਾ ਦਿਓ। UP 'ਚ ਇੰਨਾ ਮਾੜਾ ਹਾਲ ਹੈ ਤੇ ਤੁਸੀਂ ਇਹ ਦੇਖ ਲਓ ਕਿੱਥੇ ਤੱਕ ਲੁਕਾ ਲਓਗੇ। ਦਰਿਆਵਾਂ 'ਚੋਂ ਡੈੱਡ ਬੋਡੀਜ਼ ਨਿਕਲਣੀਆਂ ਸ਼ੁਰੂ ਹੋ ਗਈਆਂ, ਕਿੱਥੇ ਤੱਕ ਤੁਸੀਂ ਬੇਵਕੂਫ ਬਣਾ ਲਓਗੇ। ਜੇ PM ਕੇਅਰ ਤੁਸੀਂ ਆ ਦੇਖ ਲਓ, ਕੈਨੇਡਾ ਨੇ ਡੋਨੇਸ਼ਨ ਦਿੱਤੀ ਕੋਵਿਡ ਲਈ ਇੰਡੀਆ ਨੂੰ, ਨਿਊਜ਼ੀਲੈਂਡ ਨੇ ਦਿੱਤੀ, ਬੜੀ ਇੱਕ ਨਾ ਸਮਾਰਟਨੈਸ ਉਹਨਾਂ ਨੇ ਦਿਖਾਈ। ਜੇ ਤੁਸੀਂ ਦੇਖਿਆ ਉਹਨਾਂ ਨੇ PM ਕੇਅਰ ਫੰਡ 'ਚ ਪੈਸੇ ਨਹੀਂ ਪਾਏ, ਉਹਨਾਂ ਨੇ ਰੈੱਡ ਕਰਾਸ ਨੂੰ ਦਿੱਤੇ, ਕਿਉਂਕਿ ਦੁਨੀਆ ਲੈਵਲ ਤੇ ਪਤਾ ਲੱਗ ਗਿਆ ਕਿ ਹਾਂ ਕਿ ਜਿਹੜਾ ਇਹ ਜਾ ਰਿਹਾ ਤਾਂ ਉਹੀ ਆਪਣੀਆਂ ਜੇਬਾਂ ਭਰ ਰਹੇ ਆ। ਸਾਰੀ ਦੁਨੀਆ ਨੂੰ ਪਤਾ ਲੱਗ ਗਿਆ, ਪੂਰੀ ਦੁਨੀਆ ਦੇ ਅੱਗੇ ਇਹ ਚੀਜ਼ ਸੱਚ ਆ ਗਿਆ ਬ੍ਰਦਰ ਕਿ ਜੋ ਵੀ ਚੀਜ਼ ਹੈ ਕਿ ਆਪਣੀਆਂ ਜੇਬਾਂ ਭਰਨ ਨੂੰ ਕਿੱਥੇ ਤੱਕ ਤੁਸੀਂ ਲੈਵਲ ਤੇ ਡਿੱਗ ਜਾਓਗੇ। ਅੱਛਾ ਬਾਈ, ਜਿਵੇਂ ਹੁਣ ਬਾਈ ਨੇ ਦੱਸਿਆ ਕਿ ਆਕਸੀਜਨ ਦੀ ਕਿੱਲਤ ਆ ਰਹੀ ਹੈ, ਹਰਿਆਣਾ ਹਿਸਾਰ ਦੇ ਵਿੱਚ ਆਪਣੇ ਬਜ਼ੁਰਗਾਂ ਤੇ ਲਾਠੀ ਚਾਰਜ ਹੁੰਦਾ। ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਬਜ਼ੁਰਗ ਮਾਤਾ ਨੇ ਉਹਨਾਂ ਦਾ ਪੂਰਾ ਜਿਹੜਾ ਆ ਸਿਰ ਖੋਲ ਦਿੱਤਾ ਗਿਆ ਹੈ, ਖੂਨੋਂ ਖੂਨ ਹੋਏ ਨੇ। ਕਿੱਲਤ ਇੰਨੀ ਹੋ ਚੁੱਕੀ ਹੈ, ਰਿਕੁਐਸਟ ਆ ਰਹੀਆਂ ਨੇ, ਬਾਹਰਲੇ ਲੋਕ ਵੀ ਜਿਵੇਂ ਜਾਣ ਚੁੱਕੇ ਨੇ ਵੀ PM ਕੇਅਰ ਫੰਡ ਦੇ ਵਿੱਚ ਨਹੀਂ ਜਾ ਰਹੇ।
ਕਿ ਇਹੀ ਕਾਰਨ ਹੈ ਜੀ ਆਪਣੀ ਪੰਜਾਬ ਦੀ ਜਵਾਨੀ ਇੱਥੋਂ ਅੱਕ ਕੇ ਬਾਹਰ ਜਾਂਦੀ ਹੈ ਫਿਰ? ਦੇਖੋ ਸ਼ੁਰੂ ਤੋਂ ਹੀ ਇੱਦਾਂ ਰਿਹਾ ਹੈਗਾ ਜੀ ਕਿ ਜਦੋਂ ਇੱਥੇ ਸਾਨੂੰ ਰੋਜ਼ਗਾਰ ਦੇ ਅਵਸਰ ਚੰਗੇ ਨਹੀਂ ਸੀ ਮਿਲਦੇ ਉਦੋਂ ਇੱਥੋਂ ਯੂਥ ਜਿਹੜਾ ਸੀ ਸਾਰੇ ਬਾਹਰ ਜਾਂਦੇ ਸੀਗੇ। ਹੁਣ ਦੂਸਰੀ ਗੱਲ ਜਿੱਦਾਂ ਮੇਰੇ ਵੀਰ ਨੇ ਕੀਤੀ ਹੈ ਕਿ ਥੂ ਹੋ ਰਹੀ ਹੈ ਸਾਰੇ ਪਾਸੇ। ਪਹਿਲਾਂ ਇੱਕ ਮਾਣ ਹੁੰਦਾ ਸੀਗਾ, ਬੱਚੇ ਪੜ੍ਹਦੇ ਅੱਜ ਵੀ ਕਿਤਾਬਾਂ 'ਚ ਪੜ੍ਹਦੇ ਨੇ ਕਿ ਮੇਰਾ ਭਾਰਤ ਮਹਾਨ, ਪਰ ਇੱਕ ਦੱਸਿਆ ਜਾਏ ਕਿ ਮਹਾਨ ਕਿਹੜੀ ਗੱਲ ਤੋਂ ਮਹਾਨ ਅਸੀਂ ਕਹੀਏ। ਮੈਂ ਇੱਥੇ ਬਾਹਰੋਂ ਪੜ੍ਹ ਕੇ ਵੀ ਆਇਆ, ਮੈਂ ਉਦੋਂ ਚੂਜ਼ ਕੀਤਾ ਵੀ ਨਹੀਂ ਯਾਰ ਮੈਂ ਆਪਣੀ ਕੰਟਰੀ ਵਾਪਸ ਜਾਣਾ, ਮੈਂ ਇੱਥੇ ਆ ਕੇ ਆਪਣਾ ਕੰਮ ਕਰਾਂਗਾ, ਮੈਂ ਇੰਡਸਟਰੀ ਚਲਾਉਂਦਾ, ਮੈਂ ਆਪਣੀ ਮਿਹਨਤ ਕਰਨਾ। ਲੇਕਿਨ ਅੱਜ ਮੈਨੂੰ ਵੀ ਇਸ ਚੀਜ਼ ਦੇ ਉੱਤੇ ਚਿੰਨ੍ਹ ਨਜ਼ਰ ਆਉਂਦਾ ਕਿ ਹਾਂਜੀ ਮੈਂ ਆਪਣੀ ਕੰਟਰੀ ਨੂੰ ਮਹਾਨ ਕਿਵੇਂ ਕਵਾਂ। ਇਸ ਤਰੀਕੇ ਨਾਲ ਕਵਾਂ ਕਿ ਜਿੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਇਹਨਾਂ ਚੀਜ਼ਾਂ ਪਿੱਛੇ ਹੀ ਲੜਦੇ ਰਹਾਂਗੇ 2021 'ਚ ਆ ਕੇ ਵੀ, ਕਿ 1947 ਤੇ ਉਸ ਤੋਂ ਪਹਿਲਾਂ ਆਪਾਂ ਸਾਡੇ ਕੰਟਰੀ ਦੇ ਉੱਤੇ ਇੰਨੇ ਹਮਲੇ ਹੋਏ, ਇੰਨੇ ਲੋਕਾਂ ਨੇ ਸਾਡੇ ਤੇ ਰਾਜ ਕੀਤਾ, ਪਹਿਲਾਂ ਮੁਗਲ ਕਰ ਗਏ, ਅੰਗਰੇਜ਼ ਆ ਗਏ, ਅਸੀਂ ਅੱਜ ਵੀ ਇਹਨਾਂ ਚੀਜ਼ਾਂ ਤੋਂ ਹੀ ਉੱਪਰ ਨਹੀਂ ਉੱਠਾਂਗੇ। ਇੰਨਾ ਕੁਝ ਗਵਾ ਕੇ ਵੇਖ ਲਿਆ, ਹਜੇ ਵੀ ਸਾਨੂੰ ਇਹੀ ਰਾਜ ਪਾਠ ਹੀ ਸਾਰੀਆਂ ਪਾਰਟੀਆਂ ਨੂੰ ਚਾਹੀਦਾ। ਤੇ ਅੱਜ ਆਹ ਯੋਗੀ ਜੀ ਗੱਲ ਕਰਦੇ ਨੇ ਕਿ ਹਾਂਜੀ ਯੂਪੀ ਮਾਡਲ ਬੜਾ ਕਾਰਗਰ, ਸਾਡੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀਗਾ ਕਿ ਜੀ ਕੋਵਿਡ ਦੀ ਲੜਾਈ ਦੇ ਵਿੱਚ ਯੂਪੀ ਮਾਡਲ ਬਹੁਤ ਕੰਮ ਆਇਆ। ਉਹ ਯੂਪੀ ਮਾਡਲ ਹੁਣ ਗੰਗਾ ਸਾਡੀ ਬੋਲ ਕੇ ਦੱਸ ਰਹੀ ਹੈ ਆਪਣੇ ਮੂੰਹੋਂ, ਉਹਨੂੰ ਕਿਵੇਂ ਚੁੱਪ ਕਰਾ ਲਾਂਗੇ। ਤੇ ਉੱਤੋਂ ਉਹਨਾਂ ਦਾ ਧਿਆਨ ਕਿਸ ਪਾਸੇ ਜਾ ਰਿਹਾ ਕਿ ਜੀ ਪੰਜਾਬ ਦੇ ਵਿੱਚ ਇੱਕ ਸੂਬੇ ਨੂੰ ਮਲੇਰਕੋਟਲੇ ਨੂੰ ਡਿਸਟ੍ਰਿਕਟ ਲਾਮ ਦਿੱਤਾ ਕਰਤਾ ਵੀ ਉਹਦੇ ਵਿੱਚ ਤੁਸੀਂ ਕੀ ਲੈਣਾ, ਤੁਸੀਂ ਆਪਣੇ ਸੂਬੇ ਦੇ ਵਿੱਚ ਦੇਖੋ ਤੁਹਾਡੇ ਸੂਬੇ ਦੇ ਹਾਲਾਤ ਕੀ ਨੇ, ਉਹਨਾਂ ਹਾਲਾਤਾਂ ਉੱਤੇ ਚਾਨਣ ਪਾਓ। ਮੈਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਵੀ ਇਹ ਲੋਕ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕਿੱਦਾਂ ਲੈਂਦੇ ਹੋਣਗੇ ਜਦੋਂ ਇਹੋ ਜਿਹੀ ਗੱਲ ਕਰਦੇ ਹੋਣਗੇ। ਪੂਰੇ ਭਾਰਤ ਦੇ ਵਿੱਚ ਬਹੁਤ ਵੱਡਾ ਹੁਣ ਉਬਾਲ ਖੜਾ ਹੋ ਗਿਆ ਬੀਜੇਪੀ ਦੇ ਵਿਰੁੱਧ, ਜੇਜੇਪੀ ਦੇ ਵਿਰੁੱਧ, ਜਿੱਥੇ ਕਿਸਾਨ ਆਗੂਆਂ ਨੇ ਹੁਣ ਇੱਕ ਬਹੁਤ ਵੱਡਾ ਕਹਿ ਸਕਦਾ ਪਲੇਟਫਾਰਮ ਖੜਾ ਕਰਤਾ ਕਿ ਜਿਹੜੇ ਸਾਰੇ ਹੁਣ ਬੀਜੇਪੀ ਦੇ ਵਿਰੁੱਧ ਹੋ ਚੁੱਕੇ ਨੇ। ਕਿਸੇ ਵੀ ਸਿਆਸੀ ਪਾਰਟੀ ਦਾ ਕਹਿੰਦੇ ਪੂਰਨ ਤੌਰ ਤੇ ਬਾਈਕਾਟ ਕਰੋ, ਖਾਸ ਕਰਕੇ ਬੀਜੇਪੀ ਦਾ। ਬੰਗਾਲ ਦੇ ਵਿੱਚ ਬੀਜੇਪੀ ਹਾਰ ਚੁੱਕੀ ਹੈ, ਕੀ ਲੱਗਦਾ ਪੂਰੇ ਭਾਰਤ 'ਚੋਂ ਸਫਾਇਆ ਹੋ ਸਕਦਾ? ਜੀ ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਜੇ ਦੇਖਿਆ ਜਾਵੇ ਇਹ ਅੱਜ ਇੰਨੀਆਂ ਜਿਹੜੀ ਸਾਡੇ ਤੇ ਰਾਜ ਕਰ ਰਹੇ ਨੇ ਬੀਜੇਪੀ ਸਰਕਾਰ ਜਿਹੜੀ ਹੈਗੀ ਹੈ, ਇਸ ਤੋਂ ਪਹਿਲਾਂ ਇਹਦਾ ਵਜੂਦ ਕੀ ਸੀਗਾ? ਇਹ ਸਟਰਗਲ ਹੀ ਕਰਦੇ ਸੀਗੇ। ਦੂਸਰੀ ਚੀਜ਼ ਹੈ ਜੀ, ਪਹਿਲਾਂ ਅੱਜ ਤੋਂ ਇਹਨਾਂ ਦੇ ਸ਼ਾਸਨ ਤੋਂ ਪਹਿਲਾਂ ਜਿੰਨੀਆਂ ਸਰਕਾਰਾਂ ਬਣੀਆਂ, ਚਾਹੇ ਉਹ ਖਾਂਦੀਆਂ ਸੀ ਪੀਂਦੀਆਂ, ਜੋ ਕਰਦੇ ਆ ਲੁੱਟਮਾਰ ਕਰਦੇ, ਪੈਸੇ ਲੁੱਟਣੇ, ਜੋ ਕਿ ਆਪਾਂ ਕਹਿੰਦੇ ਆ ਕਿ ਆਹ ਖਾ ਗਏ ਜੀ ਉਹ ਖਾ ਗਏ, ਸਾਰਿਆਂ ਨੇ ਕੀਤਾ, ਮੈਂ ਕਹਿੰਦਾ ਕੀਤਾ ਹੋਏਗਾ। ਇਹ ਪਹਿਲੀ ਸਰਕਾਰ ਹੈ ਜੋ ਇਸ ਚੀਜ਼ ਦੇ ਉੱਤੇ ਕੰਮ ਕਰ ਰਹੀ ਹੈ ਕਿ ਵੀ ਹਾਂਜੀ ਮੇਰੇ ਵਸਨੀਕ ਕੀ ਖਾਣਗੇ, ਕੀ ਪਾਣਗੇ, ਕੀ ਗੱਲ ਕਰਨਗੇ ਤੇ ਕੀ ਸੋਚਣਗੇ। ਇੱਥੇ ਤੱਕ ਦੀ ਕੰਟਰੋਲ ਜਿਹੜੀ ਇਹ ਸਰਕਾਰ ਭਾਲਦੀ ਹੈ। ਤੇ ਇਹ ਆਪਾਂ ਹਿਟਲਰ ਦਾ ਰਾਜ ਨਾ ਕਹੀਏ ਤਾਂ ਹੋਰ ਇਹਨੂੰ ਕੀ ਕਹਿ ਲਈਏ। ਅਨੁਪਮ ਖੇਰ ਬਹੁਤ ਵੱਡੇ ਐਕਟਰ ਵੀ ਨੇ, ਬਾਲੀਵੁੱਡ ਦੇ ਵਿੱਚ ਬਹੁਤ ਵੱਡਾ ਨਾਮ ਹੈ, ਉਹ ਤਾਂ ਲਗਾਤਾਰ ਟਵੀਟ ਕਰਦੇ ਨੇ, ਕਹਿੰਦੇ ਜੋ ਮਰਜ਼ੀ ਕਰ ਲਓ ਆਏਗਾ ਤਾਂ ਮੋਦੀ ਹੀ। ਹੁਣ ਉਹ ਵੀ ਨਹੀਂ ਕਹਿੰਦੇ ਜੀ, ਹੁਣ ਉਹਨਾਂ ਦੀ ਵੀ ਥੋੜੀ ਜਾਗਰੂਕਤਾ ਹੋਈ ਹੈ, ਉਹ ਵੀ ਕਹਿੰਦੇ ਨੇ ਵੀ ਇਮੇਜ ਬਿਲਡਿੰਗ ਦੇ ਵਿੱਚ ਨਹੀਂ ਪੈਣਾ ਚਾਹੀਦਾ, ਕਿਸੇ ਸਮੇਂ ਦੇ ਉੱਤੇ ਜੋ ਮੌਕੇ ਦੀ ਲੋੜ ਹੈ ਉਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਇਮੇਜ ਸੁਧਾਰਨ ਨੂੰ ਕੀ ਹੈ ਜੀ, ਜੇ ਚੰਗਾ ਕੰਮ ਕਰੋਗੇ ਆਪੇ ਚੰਗਾ ਸਾਹਮਣੇ ਆ ਹੀ ਜਾਣਾ। ਜਦੋਂ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਕਿ ਜੀ ਗੁਜਰਾਤ ਮਾਡਲ, ਅੱਜ ਗੁਜਰਾਤ ਦਾ ਕੀ ਹਾਲ ਹੈ। ਉਹੀ ਗੁਜਰਾਤ ਮਾਡਲ ਦਿਖਾ ਕੇ ਸਾਡੇ ਉਦੋਂ ਗੁਜਰਾਤ ਦੇ ਸੀਐਮ ਸਾਹਿਬ ਪੀਐਮ ਬਣੇ ਸੀਗੇ, ਤੇ ਅੱਜ ਉਹੀ ਗੁਜਰਾਤ ਨੂੰ ਕੀ ਹਾਲ ਹੈ ਉੱਥੇ ਲੋਕਾਂ ਦਾ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਜੀ। ਆਖਰੀ ਸਵਾਲ ਮੇਰਾ ਤੁਹਾਨੂੰ ਹੋਊਗਾ ਬਾਈ ਜੀ, ਕਹਿੰਦੇ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ, ਪੰਜਾਬੀਆਂ ਦੇ ਨਾਲ ਇਹਨਾਂ ਨੇ ਚਲੋ ਇਹ ਜੋ ਵੀ ਕਾਲੇ ਕਾਨੂੰਨ ਪਾਸ ਕਰਕੇ ਉਹਨਾਂ ਨੇ ਇੱਕ ਲੜਾਈ ਮੁੱਲ ਲਈ। ਪੰਜਾਬੀਆਂ ਦੇ ਦਿਲ ਆਪਾਂ ਕਹਿੰਦੇ ਨੇ ਬਹੁਤ ਵੱਡੇ ਦਿਲ ਹੁੰਦੇ ਨੇ, ਕਿਸੇ ਨੂੰ ਵੀ ਆਪਾਂ ਕਹਿੰਦੇ ਸਵੇਰ ਦਾ ਭਟਕਿਆ ਸ਼ਾਮ ਨੂੰ ਘਰੇ ਜੇ ਤੁਹਾਨੂੰ ਭਟਕਿਆ ਨਹੀਂ ਕਹਿੰਦੇ। ਕੀ ਲੱਗਦਾ ਜੇ ਮੋਦੀ ਸਾਹਿਬ ਆ ਕੇ ਮਾਫੀ ਮੰਗਦੇ ਨੇ, ਪੰਜਾਬ ਵਿੱਚ ਆਉਂਦੇ ਨੇ, ਆਪਣੇ ਬਜ਼ੁਰਗਾਂ ਨਾਲ ਮਾਫੀ ਮੰਗਦੇ ਨੇ, ਬਜ਼ੁਰਗ ਮਾਫ ਕਰਨਗੇ ਉਹਨਾਂ ਨੂੰ? ਮੈਨੂੰ ਨਹੀਂ ਲੱਗਦਾ ਜੀ। ਹੁਣ ਇਹ ਪਾਣੀ ਸਿਰ ਤੋਂ ਬਹੁਤ ਉੱਪਰ ਚਲੇ ਗਿਆ ਜੀ। ਹੁਣ ਜਿਹੜੇ ਬਜ਼ੁਰਗਾਂ ਨੇ, ਸਾਡੇ ਬਜ਼ੁਰਗਾਂ ਨੇ ਉੱਥੇ ਜਾ ਕੇ ਡਾਂਗਾਂ ਖਾਧੀਆਂ ਨੇ, ਅਸੀਂ ਉਹ ਕਿੱਦਾਂ ਭੁੱਲ ਜਾਵਾਂਗੇ। ਇਹ ਸਮਾਂ ਮੋਦੀ ਸਾਹਿਬ ਕੋਲ ਆਇਆ ਸੀਗਾ, ਜੇ ਪਹਿਲਾਂ ਉਸ ਚੀਜ਼ ਨੂੰ ਰੱਦ ਕਰ ਦਿੰਦੇ ਤੇ ਫਿਰ ਵੀ ਇਹਨਾਂ ਦੀ ਬੜੀ ਬੱਲੇ ਹੋ ਜਾਣੀ ਸੀ ਵੀ ਚੱਲ ਯਾਰ ਜਦ ਤੱਕ ਥੱਲੜੇ ਲੈਵਲ ਤੇ ਮੰਤਰੀ ਗੱਲ ਕਰਦੇ ਸੀਗੇ ਉਦੋਂ ਤੱਕ ਨਹੀਂ, ਚਲੋ ਗੱਲ ਸੁਣੀ ਵੀ ਹੁਣ ਪ੍ਰਧਾਨ ਮੰਤਰੀ ਤੱਕ ਚਲੇਗੀ, ਇਹ ਜ਼ਰੂਰ ਨਿਪਟਾਰਾ ਕਰਨਗੇ। ਬੜੀਆਂ ਉਮੀਦਾਂ ਸੀਗੀਆਂ, ਲੇਕਿਨ ਉਹ ਉਮੀਦਾਂ ਦੇ ਉੱਤੇ ਵੀ ਪ੍ਰਧਾਨ ਮੰਤਰੀ ਖਰੇ ਨਹੀਂ ਉਤਰੇ। ਤੇ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀ, ਜਿੱਦਾਂ ਕੱਲ੍ਹ ਹਿਸਾਰ ਦਾ ਇੰਸੀਡੈਂਟ ਹੋ ਕੇ ਹਟਿਆ, ਬਾਕੀ ਹੋਰ ਜੋ ਇਹਨਾਂ ਦੀ ਮਿਸਮੈਨੇਜਮੈਂਟ ਆਪਾਂ ਹੈਲਥ ਕੇਅਰ ਨੂੰ ਲੈ ਕੇ ਚਲੇ ਜਾਈਏ, ਇਹ ਇੱਥੋਂ ਇਹ ਨਜ਼ਰ ਆਉਂਦਾ ਕਿ ਸ਼ਾਇਦ ਇਹਨਾਂ ਦੀ ਇੰਨੀ ਕੈਪੇਬਿਲਿਟੀ ਹੀ ਨਹੀਂ ਸੀਗੀ ਕਿ ਇਹ ਇਸ ਲਾਇਕ ਹੋਣੇ ਚਾਹੀਦੇ ਸੀ ਕਿ ਆਪਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਤਾ। ਸੋ ਦੋਸਤੋ, ਇਹ 5 ਫੇਸ ਦੀਆਂ ਲਾਈਟਾਂ ਨੇ 3B2 ਦੇ ਵਿੱਚ, ਜਿੱਥੇ ਬਾਈ ਹੁਣੀ ਖੜਦੇ ਨੇ, ਰੋਜ਼ ਖੜਦੇ ਨੇ ਇੱਥੇ ਆ ਕੇ, ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ, ਨਿੱਜੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਆ ਕੇ ਖੜਦੇ ਨੇ, ਕਿਸਾਨੀ ਦਾ ਦਰਦ ਸਮਝ ਕੇ ਇੱਥੇ ਖੜਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਹੁੰਗਾਰਾ ਪਹਿਲਾਂ ਇਹ ਕਿਸਾਨੀ ਵਾਸਤੇ ਜਦ ਲੋਕਡਾਊਨ ਨਹੀਂ ਸੀ ਉਦੋਂ ਦੇ ਰਹੇ ਸੀਗੇ, ਲੋਕਡਾਊਨ ਦੇ ਦਰਮਿਆਨ ਵੀ ਇਹ ਉਹਨਾਂ ਹਦਾਇਤਾਂ ਨੂੰ ਵੀ ਪਾਲਣਾ ਦੇ ਵਿੱਚ ਰੱਖ ਕੇ, ਸੋਸ਼ਲ ਡਿਸਟੈਂਸਿੰਗ ਦਾ ਪੂਰਾ ਜਿਹੜਾ ਆ ਉਹ ਗੌਰ ਕਰਕੇ, ਮਾਸਕ ਲਗਾ ਕੇ, ਫੇਸ ਮਾਸਕ ਲਗਾ ਕੇ, ਹੈਂਡ ਸੈਨੀਟਾਈਜ਼ ਕਰਕੇ, ਇੱਥੇ ਬਿਲਕੁਲ ਸੋਸ਼ਲ ਡਿਸਟੈਂਸਿੰਗ ਕਰਕੇ ਜਿਹੜਾ ਆ ਕਿਸਾਨੀ ਦੇ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਦੇ ਰਹੇ ਨੇ। ਉਮੀਦ ਕਰਦੇ ਹਾਂ ਦੋਸਤੋ, ਜਿਹੜੇ ਹੌਸਲੇ ਦੇ ਨਾਲ, ਜਿਹੜੀ ਮਜ਼ਬੂਤੀ ਦੇ ਨਾਲ, ਜਿਹੜੇ ਕੌਨਫੀਡੈਂਸ ਨਾਲ ਇੱਥੇ ਖੜੇ ਨੇ, ਇਹਨਾਂ ਦਾ ਜਿਹੜਾ ਹੌਸਲਾ ਆ ਜਲਦੀ ਕੋਈ ਰੰਗ ਲੈ ਕੇ ਆਵੇਗਾ ਤੇ ਕਿਸਾਨ ਮੁੜ ਤੋਂ ਆਪਣੀ ਫਸਲਾਂ ਦੇ ਵਿੱਚ ਹੱਸਦਾ ਵਸਦਾ ਨਜ਼ਰ ਆਵੇਗਾ। ਕੈਮਰਾਮੈਨ ਮੱਖਣ ਦੇ ਨਾਲ ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼, ਮੋਹਾਲੀ।